Next example 25. Show that the altitude of right circular cone of maximum volume that can be inscribed in a sphere of radius r is 4r by 3. Altitude ਅਸੀਂ ਹਾਈਟ ਨੂੰ ਕਹਿੰਦੇ ਪਹਿਲਾਂ ਵੀ ਦੱਸਿਆ ਸੀ ਤੁਹਾਨੂੰ। ਤੇ ਇੱਕ ਜਿਹੜਾ ਕੋਨ ਹੈ ਉਹ ਸਫੀਅਰ ਦੇ ਵਿੱਚ ਇਨਸਕ੍ਰਾਈਬਡ ਹੈ ਜਿਹਦਾ ਰੇਡੀਅਸ ਸਫੀਅਰ ਦਾ r ਹੈ ਤੇ ਸਾਨੂੰ ਕਹਿੰਦੇ ਵੀ ਪ੍ਰੂਵ ਕਰੋ ਵੀ ਜੇ ਇਸ ਕੋਨ ਦਾ ਵੋਲਿਊਮ ਮੈਕਸਿਮਮ ਹੋਵੇ ਤਾਂ ਇਹਦਾ ਆਲਟੀਟਿਊਡ ਯਾਨੀ ਹਾਈਟ ਉਹ 4r/3 ਹੁੰਦੀ ਹੈ। ਇਹ ਅਸੀਂ ਪ੍ਰੂਵ ਕਰਨਾ ਹੈ। ਸੋ ਤੁਸੀਂ ਦੇਖਿਆ ਪਹਿਲਾਂ ਕੁਐਸਚਨ ਐਗਜ਼ਾਮਪਲ ਨੰਬਰ 21 ਉਹ ਇਹੀ ਐਗਜ਼ਾਮਪਲ ਸੀਗਾ, ਇਸੇ ਦੇ ਨਾਲ ਦਾ ਹੀ ਸੀਗਾ। ਇਸੇ ਤਰ੍ਹਾਂ ਹੀ ਫਿਗਰ ਬਣਿਆ ਸੀ ਉਹਦੇ 'ਚ ਅਸੀਂ ਪ੍ਰੂਵ ਕੁਝ ਹੋਰ ਚੀਜ਼ ਕੀਤੀ ਸੀਗਾ ਇਸੇ ਤਰ੍ਹਾਂ ਹੀ ਮੈਕਸਿਮਮ ਵੋਲਿਊਮ ਤੱਕ ਸੇਮ ਸੀਗਾ। ਅਸੀਂ ਪ੍ਰੂਵ ਐਂਡ 'ਤੇ ਕੀ ਕੀਤਾ ਸੀ ਵੀ ਜਿਹੜਾ ਕੋਨ ਹੈ ਉਹਦਾ ਵੋਲਿਊਮ ਸਫੀਅਰ ਦੇ ਵੋਲਿਊਮ ਦਾ 8/27 ਹੋਏਗਾ। ਇਹ ਅਸੀਂ ਪ੍ਰੂਵ ਕੀਤਾ ਸੀ। ਇੱਥੇ ਹੁਣ ਅਸੀਂ ਪ੍ਰੂਵ ਕਰਨਾ ਵੀ ਇਹਦਾ ਆਲਟੀਟਿਊਡ ਹੈ ਜਿਹੜਾ ਉਹ 4r/3 ਹੈ। ਤਾਂ ਇਹਨੂੰ ਉਸੇ ਤਰੀਕੇ ਨਾਲ ਹੀ ਕਰਨਾ ਸਾਰੇ ਕੁਐਸਚਨ ਨੂੰ ਸ਼ੁਰੂ ਤੋਂ ਲੈ ਕੇ ਐਂਡ 'ਤੇ ਜਾ ਕੇ ਜਿੱਥੇ ਅਸੀਂ ਵੋਲਿਊਮ ਫਾਈਂਡ ਕੀਤਾ ਸੀ ਵੋਲਿਊਮ ਦੀ ਥਾਂ 'ਤੇ ਹੁਣ ਅਸੀਂ ਆਲਟੀਟਿਊਡ ਫਾਈਂਡ ਕਰਾਂਗੇ। ਬਾਕੀ ਸਾਰਾ ਉਸੇ ਤਰ੍ਹਾਂ ਹੀ ਕੁਐਸਚਨ। ਤਾਂ ਦੇਖੋ ਅਸੀਂ OC ਡਿਸਟੈਂਸ ਉੱਥੇ ਵੀ x ਲਿਆ ਸੀ, ਇੱਥੇ ਵੀ x ਲੈ ਲਿਆ। ਇਹਦਾ ਜਿਹੜਾ ਆਲਟੀਟਿਊਡ ਹੈ ਉਹ ਕਿੰਨਾ ਹੋ ਜਾਏਗਾ r+x, ਠੀਕ ਹੈ ਨਾ। h ਦੀ ਜਿਹੜੀ ਵੈਲਿਊ ਹੈ ਤੇ ਇਹਦਾ ਜਿਹੜਾ ਰੇਡੀਅਸ ਆ ਬੇਸ ਦਾ ਉਹ √r² + x² ਹੋ ਜਾਏਗਾ। ਇਹ ਅਸੀਂ ਕਰਿਆ ਸੀਗਾ। ਹੁਣ v ਦੇ ਵਿੱਚ r ਤੇ h ਦੀਆਂ ਵੈਲਿਊਜ਼ ਅਸੀਂ ਪੁੱਟ ਕਰਤੀਆਂ ਤੇ ਸੋਲਵ ਕਰ ਲਿਆ। ਉਸ ਤੋਂ ਬਾਅਦ dv/dx ਫਾਈਂਡ ਕਰ ਲਿਆ। ਇਹਨੂੰ =0 ਪੁੱਟ ਕਰਕੇ x ਦੀਆਂ ਦੋ ਵੈਲਿਊਜ਼ ਕੱਢ ਲਈਆਂ। ਇੱਕ ਆ ਗਈ r/3, ਇੱਕ ਆ ਗਈ -r। ਹੁਣ x ਦੀ ਵੈਲਿਊ -r ਨਹੀਂ ਹੋ ਸਕਦੀ ਕਿਉਂਕਿ ਇਹ ਲੈਂਥ ਹੈ, ਡਿਸਟੈਂਸ ਹੈ, ਇਸ ਕਰਕੇ ਇਹਦੀ ਪੋਜ਼ੀਟਿਵ ਵੈਲਿਊ ਅਸੀਂ ਲੈ ਲਿਆ। ਸਾਡਾ ਕ੍ਰਿਟੀਕਲ ਪੁਆਇੰਟ ਆ ਗਿਆ। ਹੁਣ ਇਹਦਾ ਡਬਲ ਡੈਰੀਵੇਟਿਵ ਫਾਈਂਡ ਕਰ ਲਿਆ ਤੇ x ਦੀ ਥਾਂ 'ਤੇ ਵੈਲਿਊ ਪੁੱਟ ਕਰਕੇ ਅਸੀਂ ਵੈਲਿਊ ਫਾਈਂਡ ਕੀਤੀ। ਤਾਂ ਇਸੇ ਤਰੀਕੇ ਨਾਲ ਅਸੀਂ ਤੁਸੀਂ ਯਾਦ ਕਰੋ -4/3 πr। ਇਹ ਕੀ ਹੈ ਕਿ ਨੈਗੇਟਿਵ ਵੈਲਿਊ ਹੋ ਗਈ, ਇਹਦਾ ਮਤਲਬ <0। ਇਹ <0 ਤੇ ਇਹਦਾ ਮਤਲਬ v is maximum at x = r/3। ਠੀਕ ਹੈ। ਇਹੀ ਚੀਜ਼ ਅਸੀਂ ਇੱਥੋਂ ਤੱਕ ਸਾਰੇ ਹੀ ਸੇਮ ਹੈ, ਇੱਥੋਂ ਤੱਕ ਸਾਰਾ ਸਵਾਲ ਉਸੇ ਤਰ੍ਹਾਂ ਹੀ ਹੈ। ਇਸ ਤੋਂ ਬਾਅਦ ਉੱਥੇ ਅਸੀਂ ਵੋਲਿਊਮ ਫਾਈਂਡ ਕਰਿਆ ਸੀ, ਹੁਣ ਅਸੀਂ ਆਲਟੀਟਿਊਡ ਫਾਈਂਡ ਕਰਨਾ। ਤਾਂ ਜਦੋਂ x ਦੀ ਵੈਲਿਊ r/3 ਹੈ ਤਾਂ ਆਲਟੀਟਿਊਡ ਕਿੰਨਾ ਹੋ ਜਾਏਗਾ? ਆਲਟੀਟਿਊਡ ਸਾਨੂੰ ਪਤਾ ਹੈ, ਉੱਤੇ ਅਸੀਂ ਕਰਿਆ ਸੀਗਾ r+x ਸੀਗਾ। ਇਹਦੇ 'ਚ x ਦੀ ਵੈਲਿਊ ਪੁੱਟ ਕਰ ਦਿਆਂਗੇ r/3। ਐਲਸੀਐਮ ਲਵਾਂਗੇ ਤਾਂ 3r + r/3 ਯਾਨੀ 4r/3 ਆ ਜਾਏਗਾ। ਆਹੀ ਅਸੀਂ ਪ੍ਰੂਵ ਕਰਨਾ ਸੀਗਾ। Next ਸਾਡੇ ਕੋਲ example 26. Show that the height of cylinder of maximum volume that can be inscribed in a sphere of radius r is 2r/√3। ਆ ਜਿਹੜਾ ਸਿਲੰਡਰ ਹੈ ਇਹ ਇਸ ਸਫੀਅਰ ਦੇ ਵਿੱਚ ਬਣਿਆ ਹੋਇਆ ਹੈ ਜਿਹਦੀ ਰੇਡੀਅਸ r ਹੈ ਤੇ ਅਸੀਂ ਪ੍ਰੂਵ ਕਰਨੀ ਹੈ ਵੀ ਇਹਦੀ ਜਿਹੜੀ ਹਾਈਟ ਹੋਏਗੀ ਸਿਲੰਡਰ ਦੀ ਉਹ 2r/√3 ਹੋਏਗੀ। ਤੇ ਆਲਸੋ ਫਾਈਂਡ ਦਾ ਮੈਕਸਿਮਮ ਵੋਲਿਊਮ। ਇਹਦਾ ਮੈਕਸਿਮਮ ਵੋਲਿਊਮ ਵੀ ਫਾਈਂਡ ਕਰਨਾ, ਜਿਹੜਾ ਉੱਤੇ ਅਸੀਂ ਮੈਕਸਿਮਮ ਵੋਲਿਊਮ ਪਤਾ ਲਾਵਾਂਗੇ ਉਹਦੀ ਵੈਲਿਊ ਵੀ ਫਾਈਂਡ ਕਰਨੀ ਹੈ। ਠੀਕ ਹੈ। ਤਾਂ ਕਾਲਮ ਲਾ ਕੇ ਕੀ ਹੈ ਸਾਡੇ ਕੋਲ ਸਿਲੰਡਰ ਹੈ ਜਿਹੜਾ ਇਹਦੇ ਵਿੱਚ ਬਣਿਆ ਹੋਇਆ ਤੇ ਉਹਦੇ ਵੋਲਿਊਮ ਨੂੰ ਫਾਈਂਡ ਕਰਕੇ ਉਹਨੂੰ ਮੈਕਸਿਮਾਈਜ਼ ਕਰਨਾ ਹੈ। ਮੈਕਸਿਮਮ ਵੋਲਿਊਮ ਕਹਿ ਸਿਲੰਡਰ ਦਾ, ਤਾਂ ਸਿਲੰਡਰ ਦਾ ਅਸੀਂ ਵੋਲਿਊਮ ਫਾਈਂਡ ਕਰਕੇ ਉਹਨੂੰ ਮੈਕਸਿਮਾਈਜ਼ ਕਰਨਾ। ਹੁਣ ਆ ਫਿਗਰ ਵੱਲ ਦੇਖੋ, ਇਹਦੇ ਵਿੱਚ ਆ ਉਹ ਕੀ ਹੈ? ਸਫੀਅਰ ਦਾ ਸੈਂਟਰ ਹੈ। ਸੈਂਟਰ ਹੈ ਤਾਂ ਆ ਇਹਦੀ ਰੇਡੀਅਸ ਹੋ ਗਈ r ਤੇ ਆ ਜਿਹੜਾ ਉਹ ਪੁਆਇੰਟ ਹੈ ਇਹ ਇਹਦੇ ਸਿਲੰਡਰ ਦੇ ਆਲਟੀਟਿਊਡ ਦਾ ਮਿਡ ਪੁਆਇੰਟ ਵੀ ਹੈ। ਤੇ ਜੇ ਅਸੀਂ ਇਹਨੂੰ OC ਡਿਸਟੈਂਸ ਨੂੰ x ਲੈ ਲਈਏ ਤਾਂ ਆਹ ਡਿਸਟੈਂਸ ਵੀ x ਹੋਏਗਾ। ਤਾਂ ਸਾਰਾ ਜਿਹੜਾ ਇਹਦੀ ਹਾਈਟ ਉਹ ਕਿੰਨੀ ਹੋ ਜਾਏਗੀ? x + x 2x ਹੋ ਜਾਏਗੀ। ਤਾਂ ਇਹਦੀ ਸਿਲੰਡਰ ਦੀ ਹਾਈਟ ਹੈ ਉਹ ਜਿਹੜੀ ਹੋ ਜਾਏਗੀ 2x। ਤੇ ਸਿਲੰਡਰ ਦੇ ਜਿਹੜੇ ਬੇਸ ਦੀ ਰੇਡੀਅਸ ਹੈ ਉਹ ਇਸ ਟਰਾਇੰਗਲ ਤੋਂ ਅਸੀਂ ਫਾਈਂਡ ਕਰਾਂਗੇ। ਟਰਾਇੰਗਲ ਜਿਹੜਾ ਰਾਈਟ ਟਰਾਇੰਗਲ ਸਾਡੇ ਕੋਲ ਬਣਿਆ ਹੋਇਆ ਤੇ ਇਹਦਾ ਬੇਸ ਕਿੰਨਾ ਹੁੰਦਾ ਹੈ? ਰਾਈਟ ਟਰਾਇੰਗਲ ਦਾ ਬੇਸ =√of ਹਾਈਪੋਟੇਨਸ ਦਾ ਸਕੁਆਇਰ √of ਹਾਈਪੋਟੇਨਸ ਸਕੁਆਇਰ ਮਾਈਨਸ ਪਰਪੈਂਡੀਕੂਲਰ ਸਕੁਆਇਰ। ਤਾਂ r² - x² ਦਾ ਸਕੁਆਇਰ ਰੂਟ ਹੋ ਜਾਏਗਾ। ਠੀਕ ਹੈ। ਤਾਂ ਸਿਲੰਡਰ ਦਾ ਰੇਡੀਅਸ ਆ ਗਿਆ। ਇਹ ਹੁਣ ਦੋ ਚੀਜ਼ਾਂ ਸਾਨੂੰ ਫਾਈਂਡ ਹੋ ਗਈਆਂ ਤਾਂ ਅਸੀਂ ਇਹਦਾ ਵੋਲਿਊਮ ਫਾਈਂਡ ਕਰ ਸਕਦੇ ਹਾਂ। v = πr² ਹੁੰਦਾ ਹੈ। ਇਹਦੇ 'ਚ r ਦੀ ਵੈਲਿਊ ਪੁੱਟ ਕਰਤੀ, h ਦੀ ਵੈਲਿਊ ਪੁੱਟ ਕਰਤੀ ਤੇ ਇਹਦੇ ਵਿੱਚੋਂ x ਨੂੰ ਅੰਦਰ ਮਲਟੀਪਲਾਈ ਕਰ ਦਾਂਗੇ, 2 ਨੂੰ ਬਾਹਰ ਹੀ ਰੱਖ ਲਾਂਗੇ। x ਨੂੰ ਅੰਦਰ ਕਿਉਂ ਮਲਟੀਪਲਾਈ ਕਰਦੇ ਹਾਂ? ਕਿਉਂਕਿ ਅਸੀਂ ਗਾਂ ਡਿਫਰੈਂਸ਼ੀਏਸ਼ਨ ਕਰਨਾ, ਸਾਨੂੰ ਡਿਫਰੈਂਸ਼ੀਏਸ਼ਨ ਈਜ਼ੀ ਹੋ ਜਾਏਗਾ।
ਤਾਂ ਆਰ ਸਕੁਆਇਰ ਐਕਸ ਮਾਈਨਸ ਐਕਸ ਕਿਊਬ। ਇਹਨੂੰ ਜਦੋਂ ਵਿਦ ਰਿਸਪੈਕਟ ਟੂ ਐਕਸ ਡਿਫਰੈਂਸ਼ੀਏਟ ਕਰਾਂਗੇ ਤਾਂ ਇਹਦਾ ਡਿਫਰੈਂਸ਼ੀਏਸ਼ਨ 1 ਹੋ ਜਾਏਗਾ, ਇਹਦਾ 3x ਸਕੁਆਇਰ ਹੋ ਜਾਏਗਾ। ਠੀਕ ਹੈ, ਇਹਨੂੰ ਇਕੁਅਲ ਟੂ 0 ਪੁੱਟ ਕਰਾਂਗੇ ਕ੍ਰਿਟੀਕਲ ਪੁਆਇੰਟ ਫਾਈਂਡ ਕਰਨ ਵਾਸਤੇ, ਤਾਂ 2π ਇੰਟੂ ਦਿਸ ਇਕੁਅਲ ਟੂ 0 ਹੋ ਜਾਏਗਾ। 2π ਤਾਂ ਕਾਂਸਟੈਂਟ ਹੈ, ਇੱਧਰ ਆ ਕੇ 0 ਹੋ ਜਾਣਾ ਨੇ, ਤਾਂ ਆਹ ਚੀਜ਼ ਬਚ ਗਈ ਇਕੁਅਲ ਟੂ 0। ਤਾਂ ਇਹਦੇ 'ਚ 3x ਸਕੁਆਇਰ ਨੂੰ ਉੱਧਰ ਲੈ ਜਾਵਾਂਗੇ ਤਾਂ ਪੋਜ਼ੀਟਿਵ ਹੋ ਜਾਊਗਾ, ਤਾਂ 3x ਸਕੁਆਇਰ ਮਾਈਨ ਇਕੁਅਲ ਟੂ ਹੋ ਜਾਏਗਾ ਆਰ ਸਕੁਆਇਰ, ਤਾਂ ਐਕਸ ਸਕੁਆਇਰ ਇਕੁਅਲ ਟੂ ਆਰ ਸਕੁਆਇਰ ਬਾਈ 3। ਤਾਂ ਐਕਸ ਦੀ ਵੈਲਿਊ ਕੀ ਆ ਜਾਊਗੀ ਪਲੱਸ ਮਾਈਨਸ ਆਰ ਬਾਏ ਰੂਟ 3। ਹੁਣ ਕਿਉਂਕਿ ਐਕਸ ਕੀ ਹੈ ਡਿਸਟੈਂਸ ਹੈ, ਇਸ ਕਰਕੇ ਨੈਗੇਟਿਵ ਵੈਲਿਊ ਨਹੀਂ ਹੋ ਸਕਦੀ, ਤਾਂ ਇਹਦੀ ਪੋਜ਼ੀਟਿਵ ਵੈਲਿਊ ਅਸੀਂ ਲੈ ਲਈ ਐਕਸ ਇਕੁਅਲ ਟੂ ਆਰ ਬਾਏ ਰੂਟ 3। ਇਹ ਸਾਡਾ ਕ੍ਰਿਟੀਕਲ ਪੁਆਇੰਟ ਆ ਗਿਆ। ਹੁਣ ਅਸੀਂ ਇਹਦਾ ਡਬਲ ਡੈਰੀਵੇਟਿਵ ਫਾਈਂਡ ਕਰਦੇ ਹਾਂ, ਡੀ ਸਕੁਆਇਰ ਬੀ ਬਾਈ ਡੀ ਐਕਸ ਸਕੁਆਇਰ। ਤਾਂ ਆਰ ਤਾਂ ਇਹ 'ਚ ਕਾਂਸਟੈਂਟ ਹੈ, ਗਿਵਨ ਸੀਗਾ ਸਾਨੂੰ ਕੁਐਸਚਨ ਦੇ ਵਿੱਚ, ਤੇ ਉਹਨੂੰ ਅਸੀਂ ਉਹਦਾ ਡਿਫਰੈਂਸ਼ੀਏਸ਼ਨ 0 ਹੋ ਗਿਆ, ਇਹਦਾ ਡਿਫਰੈਂਸ਼ੀਏਸ਼ਨ ਆ ਜਾਊਗਾ 6x ਮਾਈਨਸ 6x 2π ਇੰਟੂ ਮਾਈਨਸ 6x। ਠੀਕ ਹੈ ਨਾ, ਇਕੁਅਲ ਟੂ ਮਾਈਨਸ 12πx। ਠੀਕ ਹੈ ਨਾ, ਇਹਦੇ 'ਚ x ਦੀ ਵੈਲਿਊ ਆ ਪੁੱਟ ਕਰ ਦੇਣੀ। ਹੁਣ ਡੀ ਸਕੁਆਇਰ ਵੀ ਅਪੋਨ ਡੀ ਐਕਸ ਸਕੁਆਇਰ ਐਟ ਐਕਸ ਇਕੁਅਲ ਟੂ ਆਰ ਬਾਈ ਰੂਟ 3 ਪੁੱਟ ਕਰਾਂਗੇ ਤਾਂ ਨੈਗੇਟਿਵ ਵੈਲਿਊ ਸਾਡੇ ਕੋਲ ਆ ਜਾਏਗੀ। ਇਹਦਾ ਮਤਲਬ v is maximum at x equal to r upon root 3। ਠੀਕ ਹੈ, ਹੁਣ ਅਸੀਂ ਇਹਦਾ ਪਹਿਲੇ ਕੁਐਸਚਨ ਦਾ ਆਨਸਰ ਦੇ ਦਈਏ ਵੀ ਇਹਦਾ ਆਲਟੀਟਿਊਡ ਹਾਈਟ ਕਿੰਨੀ ਹੋਏਗੀ। ਹਾਈਟ ਕੀ ਸੀਗੀ 2x ਸੀਗੀ, ਤਾਂ ਇਹਦੇ 'ਚ ਵੈਲਿਊ ਪੁੱਟ ਕਰ ਦਿਓ x ਦੀ ਵੈਲਿਊ ਸੀਗੀ r upon root 3, ਤਾਂ ਇਹ ਹੋ ਜਾਊਗਾ 2r upon root 3। ਠੀਕ ਹੈ ਨਾ, ਇਹਦਾ ਆਲਟੀਟਿਊਡ ਜਾਂ ਹਾਈਟ ਕਿੰਨੀ ਹੋ ਗਈ 2r upon root 3। ਤੇ ਵੋਲਿਊਮ ਵਾਸਤੇ ਵੋਲਿਊਮ ਵਾਲਾ ਲੈ ਲਾਂਗੇ, ਆਹ ਚੀਜ਼ ਸੀਗੀ ਵੋਲਿਊਮ ਸਾਡੀ 2π ਇੰਟੂ ਆਰ ਸਕੁਆਇਰ ਮਾਈਨਸ ਐਕਸ ਕਿਊਬ। ਇਹਦੇ 'ਚ ਅਸੀਂ x ਦੀ ਵੈਲਿਊ ਪੁੱਟ ਕਰ ਲਾਂਗੇ, ਤੇ ਹੋ ਜਾਏਗਾ 2π ਆਰ ਸਕੁਆਇਰ ਐਕਸ ਦੀ ਥਾਂ ਤੇ ਆ ਜਾਊਗਾ ਆਰ ਬਾਈ ਰੂਟ 3 ਮਾਈਨਸ ਆਰ ਕਿਊ ਐਕਸ ਕਿਊਬ ਦੀ ਥਾਂ ਤੇ ਆ ਜਾਊਗਾ ਆਰ ਕਿਊਬ, ਇਹਦਾ ਹੇਠਲੇ ਦਾ ਕਿਊਬ ਕੀ ਹੋ ਜਾਏਗਾ 3 ਰੂਟ 3। ਠੀਕ ਹੈ, ਇਹਦੇ 'ਚੋਂ ਆਰ ਕਿਊਬ ਆ ਵੀ ਮਲਟੀਪਲਾਈ ਹੋ ਕੇ ਆਰ ਕਿਊਬ ਹੋ ਜਾਊਗਾ, ਆਰ ਕਿਊਬ ਬਾਹਰ ਕਾਮਨ ਕੱਢ ਲਿਆ ਸੀ 1 ਬਾਈ ਰੂਟ 3 ਮਾਈਨਸ 1 ਬਾਈ 3 ਰੂਟ 3। ਇਹਦੇ 'ਚੋਂ 3 ਰੂਟ 3 ਐਲਸੀਐਮ ਆ ਜਾਏਗਾ, ਤਾਂ ਇੱਥੇ ਆ ਜਾਊਗਾ 3 ਮਾਈਨਸ 1 ਇਕੁਅਲਸ 2। ਠੀਕ ਹੈ, ਕੀ ਕਰੋਗੇ 3 ਮਾਈਨਸ 1 2 ਹੋ ਜਾਊਗਾ, 2 इंटू 2 4 हो जाएगा, 4π आर क्यूब अपॉन 3 रूट 3। आंसर आ गया, ये आ गया मैक्सिमम वॉल्यूम। यही ਅਸੀਂ फाइंड करना ਸੀ, ਦੋਵੇਂ ਚੀਜ਼ਾਂ ਅਸੀਂ फाइंड ਕਰਤੀਆਂ, ਇਹਦੀ ਹਾਈਟ ਵੀ फाइंड ਕਰਤੀ ਆਖਰ ਇੱਥੇ, ਇਹਦਾ ਵੋਲਿਊਮ ਵੀ ਮੈਕਸਿਮਮ फाइंड। ਨੈਕਸਟ ਐਗਜ਼ਾਮਪਲ ਸਾਡੇ ਕੋਲ ਐਗਜ਼ਾਮਪਲ 27। Show that the height of cylinder of greatest volume which can be inscribed in a right circular cone of height h and semi-vertical angle alpha is 1/3 that of the cone and greatest volume of the cylinder is this। ठीक है, यानी कहता ਸਾਨੂੰ ਕੀ ਕਹਿੰਦਾ ਹੈ ਕੁਐਸਚਨ ਦੇ ਵਿੱਚ ਵੀ ਕੋਨ ਦੇ ਵਿੱਚ ਇੱਕ ਸਿਲੰਡਰ ਬਣਿਆ ਹੋਇਆ ਹੈ, ਇਸ ਕੋਨ ਦੀ ਹਾਈਟ h ਤੇ ਇਹਦਾ ਜਿਹੜਾ ਸੈਮੀ ਵਰਟੀਕਲ ਐਂਗਲ ਅਲਫਾ ਸਾਨੂੰ ਗਿਵਨ ਹੈ। ਗਿਵਨ ਦਾ ਮਤਲਬ ਐਚ ਵੀ ਇਹ 'ਚ ਕਾਂਸਟੈਂਟ ਹੈ, ਅਲਫਾ ਵੀ ਇਹਦੇ ਵਿੱਚ ਕਾਂਸਟੈਂਟ ਹੈ। ਉਹ ਕਹਿੰਦਾ ਵੀ ਜੇ ਇਸ ਸਿਲੰਡਰ ਦਾ ਮੈਕਸਿਮਮ ਵੋਲਿਊਮ ਹੋਵੇ ਤਾਂ ਇਹਦੀ ਜਿਹੜੀ ਹਾਈਟ ਹੈ ਉਹ ਕੋਨ ਦੀ ਹਾਈਟ ਦੀ 1/3 ਹੋਏਗੀ। ਤਾਂ ਕੋਨ ਦੀ ਹਾਈਟ ਜੇ ਆਪਾਂ ਸੋ ਸਿਲੰਡਰ ਦੀ ਹਾਈਟ ਜੇ ਅਸੀਂ ਕੈਪੀਟਲ ਐਚ ਲੈ ਲਈਏ ਤਾਂ ਇਹ ਜਿਹੜੀ ਕੋਨ ਦੀ ਹਾਈਟ h ਸੀ ਉਹਦਾ 1/3 ਹੋਏਗੀ, ਯਾਨੀ 1/3 ਟਾਈਮਸ ਹੋਏਗੀ। ਆਹ ਅਸੀਂ ਪ੍ਰੂਵ ਕਰਨਾ ਇੱਕ। ਤਾਂ ਦੂਸਰਾ ਅਸੀਂ ਫਾਈਂਡ ਕਰਨਾ ਵੀ ਗ੍ਰੇਟੈਸਟ ਵੋਲਿਊਮ ਜਿਹੜਾ ਮੈਕਸਿਮਮ ਵੋਲਿਊਮ ਹੈ ਜਿਹੜਾ ਉਹਦੀ ਵੈਲਿਊ ਆ ਹੋਏਗੀ। ਤਾਂ ਕੁੱਲ ਮਿਲਾ ਕੇ ਕਰਨਾ ਕੀ ਹੈ, ਅਸੀਂ ਸਿਲੰਡਰ ਦਾ ਵੋਲਿਊਮ ਫਾਈਂਡ ਕਰਨਾ ਹੈ ਤੇ ਉਹਨੂੰ ਮੈਕਸਿਮਾਈਜ਼ ਕਰਨਾ ਹੈ। ਮੈਕਸਿਮਾਈਜ਼ ਕਰਨ ਤੋਂ ਬਾਅਦ ਅਸੀਂ ਪ੍ਰੂਵ ਕਰਨਾ ਵੀ h ਇਕੁਅਲਸ ਟੂ 1/3h। ਠੀਕ ਹੈ, ਫਿਰ ਉਹ ਵੋਲਿਊਮ ਦੀ ਵੈਲਿਊ ਵੀ ਫਾਈਂਡ ਕਰਨੀ। ਤਾਂ ਅਸੀਂ ਸ਼ੁਰੂ ਕਰਦੇ ਹਾਂ। ਅਸੀਂ ਕੀ ਕਰਿਆ, ਜਿਹੜੀ ਆ ਸਿਲੰਡਰ ਦਾ ਰੇਡੀਅਸ ਸੀ ਇਹ ਲੈ ਲਿਆ ਅਸੀਂ x, ਸਿਲੰਡਰ ਦਾ ਰੇਡੀਅਸ। ਠੀਕ ਹੈ, ਤੇ ਅਸੀਂ ਆਹ ਵਾਲੇ ਜਿਹੜਾ ਸਾਡੇ ਕੋਲ ਟਰਾਇੰਗਲ ਹੈ ਇਹਦੇ ਵਿੱਚ ਦੇਖਦੇ ਹਾਂ। ਟਰਾਇੰਗਲ VO' ਵਿੱਚ VO' ਅਪੋਨ ਆਹ ਵਾਲੀ ਹਾਈਟ, ਆਹ ਵਾਲਾ ਡਿਸਟੈਂਸ ਆਹ ਕਿੰਨਾ x ਹੈ, ਕੀ ਹੈ ਇਹ ਸਿਲੰਡਰ ਦਾ ਰੇਡੀਅਸ। ਤਾਂ VO/x ਕਾਹਦੇ ਇਕੁਅਲ ਹੋਏਗਾ, ਇਹ ਹੈਗਾ ਬੇਸ ਅਪੋਨ ਪਰਪੈਂਡੀਕੂਲਰ, ਕਾਹਦੇ ਬਰਾਬਰ ਹੋਏਗਾ cot ਅਲਫਾ ਦੇ। ਤਾਂ VO' ਅਪੋਨ x ਇਕੁਅਲਸ ਟੂ cot ਅਲਫਾ। ਤਾਂ VO' ਇਕੁਅਲਸ ਟੂ ਆ ਜਾਊਗਾ x cot ਅਲਫਾ। ਹੁਣ ਇਹਦੀ ਅਸੀਂ ਹਾਈਟ ਲੈ ਲਈ, ਲੈਟ h ਬੀ ਦਾ ਹਾਈਟ ਆਫ ਦਾ ਸਿਲੰਡਰ।
ਆ ਸਿਲੰਡਰ ਦੀ ਹਾਈਟ h ਹੈ। ਇਹ ਕਾਹਦੇ ਇਕੁਅਲ ਹੈ? ਕੋਨ ਦੀ ਟੋਟਲ ਹਾਈਟ ਜਿਹੜੀ h ਸੀਗੀ ਉਹਦੇ ਵਿੱਚੋਂ ਅਸੀਂ ਜੇ ਆਹ ਵਾਲਾ ਪਾਰਟ ਜਿਹੜਾ ਅਸੀਂ ਹੁਣੇ ਫਾਈਂਡ ਕੀਤਾ ਜੇ ਮਾਈਨਸ ਕਰ ਦਈਏ ਤਾਂ ਕੀ ਆ ਜਾਏਗੀ? ਸਿਲੰਡਰ ਦੀ ਹਾਈਟ ਆ ਜਾਏਗੀ। ਤਾਂ h ਇਕੁਅਲ ਟੂ VO ਮਾਈਨਸ VO ਡੈਸ਼। VO ਦੀ ਤੁਹਾਨੂੰ ਵੈਲਿਊ ਪਤਾ, VO ਕੀ ਹੈ? ਹਾਈਟ ਹੈ h, ਤੇ ਆ ਅਸੀਂ VO ਡੈਸ਼ ਹੁਣੇ ਫਾਈਂਡ ਕੀਤਾ x ਟੋਟਲ। ਤਾਂ ਆ h ਦੀ ਵੈਲਿਊ ਆ ਗਈ ਸਾਡੇ ਕੋਲ, ਤੇ ਰੇਡੀਅਸ ਅਸੀਂ ਮੰਨੀ ਹੈ x। ਹੁਣ ਰੇਡੀਅਸ ਤੇ ਹਾਈਟ ਜਦੋਂ ਸਾਨੂੰ ਦੋਨੇ ਪਤਾ ਲੱਗੇ ਤਾਂ ਅਸੀਂ ਵੋਲਿਊਮ ਫਾਈਂਡ ਕਰ ਸਕਦੇ ਹਾਂ। V ਇਕੁਅਲ ਟੂ ਹੁੰਦਾ ਪਾਈ r ਸਕੁਆਇਰ h। r ਦੀ ਥਾਂ ਤੇ ਸਾਡੇ ਕੋਲ x ਹੈ ਤੇ h ਦੀ ਥਾਂ ਤੇ ਕੈਪੀਟਲ h ਹੈ। x ਨੂੰ ਤਾਂ ਹੀ ਰਹਿਣ ਦਿਓ, h ਦੀ ਥਾਂ ਤੇ ਵੈਲਿਊ ਪੁੱਟ ਕਰ ਦਿੰਦੇ ਅਸੀਂ। ਠੀਕ ਹੋ ਗਏ? ਤਾਂ x ਸਕੁਆਇਰ ਨੂੰ ਅੰਦਰ ਮਲਟੀਪਲਾਈ ਕਰ ਦਿਆਂਗੇ, ਫਿਰ ਸਾਨੂੰ ਇਹਨੂੰ ਡਿਫਰੈਂਸ਼ੀਏਟ ਕਰਨਾ ਈਜ਼ੀ ਰਹੇਗਾ, ਤਾਂ ਇਸ ਨੂੰ ਅੰਦਰ ਮਲਟੀਪਲਾਈ ਕਰਤਾ। ਤਾਂ ਇਹ ਹੋ ਗਿਆ x ਸਕੁਆਇਰ h x ਕਿਊਬ ਕਾਟ ਅਲਫਾ। ਠੀਕ ਹੈ, ਇਹਨੂੰ ਵਿਦ ਰਿਸਪੈਕਟ ਟੂ x ਡਿਫਰੈਂਸ਼ੀਏਟ ਕਰਤਾ। ਹੁਣ ਇਹ 'ਚ ਇਕੱਲਾ x ਹੀ ਵੈਰੀਏਬਲ ਹੈ, h ਵੀ ਤੁਹਾਨੂੰ ਪਤਾ ਹੈ ਤੇ ਅਲਫਾ ਵੀ, ਦੋਨੇ ਕੀ ਹੈ? ਕੌਂਸਟੈਂਟ ਨਾਲ ਸਾਨੂੰ ਕੁਐਸਚਨ ਦੇ ਵਿੱਚ ਗਿਵਨ ਸੀਗੇ ਇਹ। ਤਾਂ ਸਿਰਫ x ਹੀ ਇਹਦੇ ਵਿੱਚ ਵੈਰੀਏਬਲ ਹੈ, ਤਾਂ x ਦੇ ਵਿਦ ਰਿਸਪੈਕਟ ਡਿਫਰੈਂਸ਼ੀਏਟ ਕਰਤਾ। ਆ 2x ਹੋ ਜਾਏਗਾ, ਆ 3x ਸਕੁਆਇਰ ਹੋ ਜਾਏਗਾ। ਠੀਕ ਹੈ, ਇਕੁਅਲ ਟੂ 0 ਪੁੱਟ ਕਰਤਾ। ਤਾਂ ਜਦੋਂ 0 ਪੁੱਟ ਕਰਾਇਆ ਤਾਂ ਇੱਥੋਂ ਅਸੀਂ x ਕਾਮਨ ਕੱਢ ਸਕਦੇ ਹਾਂ। x ਕਾਮਨ ਕੱਢ ਲਿਆ, 2h ਮਾਈਨਸ 3x ਕਾਟ ਅਲਫਾ ਇਕੁਅਲ ਟੂ 0। ਇੱਥੋਂ ਜਾਂ ਤਾਂ x ਇਕੁਅਲ ਟੂ 0 ਜਾਂ ਆਹ ਵਾਲਾ ਜਿਹੜਾ ਸਾਡਾ ਬ੍ਰੈਕਟ ਹੈ ਇਕੁਅਲ ਟੂ 0 ਹੋ ਜਾਏਗਾ। ਇੱਥੋਂ x ਦੀ ਜਿਹੜੀ ਵੈਲਿਊ ਨਿਕਲੀ ਉਹ ਨਿਕਲੀ 2h/3 ਕਾਟ ਅਲਫਾ। ਹੁਣ x ਇਕੁਅਲ ਟੂ 0 ਤਾਂ ਹੋ ਨਹੀਂ ਸਕਦਾ ਕਿਉਂਕਿ ਸਿਲੰਡਰ ਦਾ ਰੇਡੀਅਸ ਸੀਗਾ ਇਹ। ਇਹਦਾ ਮਤਲਬ x ਦੀ ਆਹ ਵੈਲਿਊ ਸਾਡੀ ਕੀ ਹੋਗੀ? ਕ੍ਰਿਟੀਕਲ ਪੁਆਇੰਟ। ਹੁਣ ਅਸੀਂ ਇਹਦਾ ਡਬਲ ਡੈਰੀਵੇਟਿਵ ਫਾਈਂਡ ਕਰਦੇ ਹਾਂ, ਤਾਂ x ਦੀ ਥਾਂ ਤੇ 1 ਹੋ ਜਾਏਗਾ, x ਸਕੁਆਇਰ ਦੀ ਥਾਂ ਤੇ 2x ਹੋ ਜਾਏਗਾ। ਤਾਂ ਆਹ ਵੈਲਿਊ ਆ ਗਈ। ਠੀਕ ਹੈ, ਤਾਂ ਡੀ ਸਕੁਆਇਰ v/dx ਸਕੁਆਇਰ ਐਟ x ਇਕੁਅਲ ਟੂ 2h/3 ਕਾਟ ਅਲਫਾ। ਵੈਲਿਊ ਫਾਈਂਡ ਕਰਾਂਗੇ ਤਾਂ x ਦੀ ਥਾਂ ਤੇ 2h/3 ਕਾਟ ਅਲਫਾ ਭਰ ਦੇਂਗੇ। ਤਾਂ ਕਾਟ ਅਲਫਾ ਨਾਲ ਕਾਟ ਅਲਫਾ ਕੱਟ ਹੋ ਜਾਊਗਾ, 3 ਨਾਲ 6 ਕੱਟ ਹੋ ਜਾਊਗਾ, 2 ਆ ਜਾਏਗਾ ਇੱਥੇ। ਇਹ ਹੋ ਗਿਆ 2h ਮਾਈਨਸ 2 ਟੂ ਦਾ 4h, ਇਹ ਆ ਗਿਆ ਮਾਈਨਸ 2h ਪਾਈ। ਨੈਗੇਟਿਵ ਵੈਲਿਊ ਆ ਗਈ, ਇਹਦਾ ਮਤਲਬ ਲੈਸ ਦੈਨ 0। ਠੀਕ ਹੈ, ਤੇ ਵੋਲਿਊਮ ਇਹਦਾ ਮਤਲਬ ਕੀ ਹੋ ਜਾਏ? ਤਾਂ ਨੈਗੇਟਿਵ ਵੈਲਿਊ ਹੈ ਤਾਂ ਮਤਲਬ ਕੀ ਹੈ? ਇਹ ਜਿਹੜਾ v ਹੈ ਇਹ ਮੈਕਸਿਮਮ ਹੋਏਗਾ ਐਟ x ਇਕੁਅਲ ਟੂ 2h/3 ਕਾਟ ਅਲਫਾ। ਠੀਕ ਹੈ, ਤੇ ਹੁਣ ਅਸੀਂ ਇਹਦੀ ਹਾਈਟ ਫਾਈਂਡ ਕਰਦੇ ਹਾਂ ਜਿਹਦੇ ਬਾਰੇ ਸਾਨੂੰ ਉਹਨੇ ਪੁੱਛਿਆ ਸੀਗਾ। ਤਾਂ ਹਾਈਟ ਇਕੁਅਲ ਟੂ ਸਾਨੂੰ ਕੁਐਸਚਨ ਦੇ ਵਿੱਚ ਇੱਥੇ ਅਸੀਂ ਲਿਖਿਆ h ਇਕੁਅਲ ਟੂ ਕੀ ਸੀਗਾ? h ਸਮਾਲ h ਮਾਈਨਸ x ਕਾਟ ਅਲਫਾ। h ਦੀ ਵੈਲਿਊ ਭਰ ਦਈਏ ਤਾਂ ਹਾਈਟ ਪਤਾ ਚੱਲ ਜਾਏਗਾ। x ਦੀ ਥਾਂ ਤੇ ਭਰਤਾ 2h/3 ਕਾਟ ਅਲਫਾ। ਕਾਟ ਅਲਫਾ ਨਾਲ ਕਾਟ ਅਲਫਾ ਕੱਟਿਆ ਗਿਆ ਤਾਂ ਇਹ ਆ ਗਿਆ h ਮਾਈਨਸ 2h/3 ਜਾਂ 2/3h। ਇਹਦਾ ਜਦੋਂ ਐਲਸੀਐਮ ਲੈ ਕੇ ਅਸੀਂ ਸੋਲਵ ਕਰਾਂਗੇ ਤਾਂ 1/3h ਆ ਜਾਊਗਾ। ਇਹੀ ਅਸੀਂ ਪ੍ਰੂਵ ਕਰਨਾ ਸੀ, h ਇਕੁਅਲ ਟੂ 1/3h। ਠੀਕ ਹੈ ਨਾ। ਹੁਣ ਵੋਲਿਊਮ ਆਫ ਸਿਲੰਡਰ, ਵੋਲਿਊਮ ਆਫ ਸਿਲੰਡਰ ਦੇ ਵਿੱਚ ਹੁਣ x ਦੀ ਵੈਲਿਊ ਆਹ ਵਾਲੀ ਤੇ h ਦੀ ਵੈਲਿਊ ਜਿਹੜੀ ਹੁਣੇ ਕੱਢੀ ਅਸੀਂ ਉਹ ਦੋਨੇ ਭਰ ਦਿੰਦੇ ਹਾਂ। ਪਾਈ x ਸਕੁਆਇਰ h ਦੇ ਵਿੱਚ ਵੈਲਿਊ ਭਰ ਦਿੰਦੇ। x ਸਕੁਆਇਰ ਦੀ ਥਾਂ ਤੇ x ਦੀ ਵੈਲਿਊ ਭਰ ਕੇ ਅਸੀਂ ਸਕੁਆਇਰ ਕਰ ਦਿਆਂਗੇ, h ਦੀ ਥਾਂ ਤੇ 1/3h ਕੈਪੀਟਲ ਭਰ ਦਿਆਂਗੇ, ਸਮਾਲ ਭਰ ਦਿਆਂਗੇ। ਬ੍ਰੈਕਟ ਓਪਨ ਕਰ ਦਿਓ, ਆ ਹੋ ਜਾਊਗਾ 4h ਸਕੁਆਇਰ 9 ਕਾਟ ਸਕੁਆਇਰ ਅਲਫਾ 1/3। ਠੀਕ ਹੈ ਨਾ। ਤੇ ਹੁਣ ਦੇਖੋ 4 × 1 4 ਹੋ ਗਿਆ, 9 × 3 27 ਹੋ ਗਿਆ, ਤੇ ਇੱਥੇ ਇੱਕ ਪਾਈ ਆਏਗਾ। ਪਾਈ ਇੱਥੇ ਲਿਖਿਆ ਨਹੀਂ ਹੋਇਆ, ਆਪਾਂ ਲਿਖ ਲੈਂਦੇ ਹਾਂ, ਇੱਥੇ ਪਾਈ ਵੀ ਆਏਗਾ। ਠੀਕ ਹੈ, ਤੇ h ਦਾ ਸਕੁਆਇਰ ਤੇ h ਕਿਊਬ ਹੋ ਗਿਆ 1/ ਕਾਟ ਸਕੁਆਇਰ ਅਲਫਾ, ਇਹ ਟੈਨ ਸਕੁਆਇਰ ਅਲਫਾ ਹੋ ਗਿਆ। ਠੀਕ ਹੈ, ਆਹੀ ਸਾਡਾ ਆਨਸਰ ਸੀ, ਇਹੀ ਪੁੱਛਿਆ ਸੀ ਸਾਨੂੰ। 4/27 ਪਾਈ h ਕਿਊਬ ਟੈਨ ਸਕੁਆਇਰ ਅਲਫਾ, ਇਹੀ ਪ੍ਰੂਵ ਕਰ ਲਿਆ ਸੀ ਸਾਨੂੰ। 4/27 ਪਾਈ h ਕਿਊਬ ਅਲਫਾ ਟੈਨ ਸਕੁਆਇਰ ਅਲਫਾ, ਇਹੀ ਪ੍ਰੂਵ ਕਰਨਾ ਸੀ। ਮੈਕਸਿਮਮ ਮਿਨੀਮਮ ਦਾ ਲਾਸਟ ਐਗਜ਼ਾਮਪਲ ਸਾਡੇ ਕੋਲ ਹੈ, ਐਗਜ਼ਾਮਪਲ 28। Manufacturer can sell X items at a price of ₹5 - X/100 each. X ਆਈਟਮਸ ਵੇਚਣੀਆਂ ਨੇ ਤੇ ਇੱਕ ਆਈਟਮ ਦੀ ਜਿਹੜੀ ਸੈਲਿੰਗ ਪ੍ਰਾਈਸ ਹੈ ਉਹ 5 - X/100 ਈਚ ਲਿਖਿਆ ਨਾ। ਈਚ ਦਾ ਮਤਲਬ ਇੱਕ ਆਈਟਮ ਦੀ ਸੈਲਿੰਗ ਪ੍ਰਾਈਸ 5 - X/100। The cost price of X items is ₹X/5 + 500. X items ਦੀ cost price ਹੈ ਜਿਹੜੀ ਉਹ ਇੰਨੀ ਹੈ। Find the number of items he should sell
ਟੂ ਅਰਨ ਮੈਕਸਿਮਮ ਪ੍ਰੋਫਿਟ। ਉਹ ਕਿੰਨੀਆਂ ਆਈਟਮਸ ਵੇਚੇ ਕਿ ਉਹਨੂੰ ਜਿਹੜਾ ਹੈਗਾ ਪ੍ਰੋਫਿਟ ਹੈ ਜਿਹੜਾ ਮੈਕਸਿਮਮ ਹੋਵੇ। ਉਹਨੇ ਐਕਸ ਆਈਟਮਸ ਵੇਚੀਆਂ ਸੀ, ਯਾਨੀ ਅਸੀਂ ਐਕਸ ਦੀ ਵੈਲਿਊ ਫਾਈਂਡ ਕਰਨੀ ਹੈ, ਐਕਸ ਦੀ ਕਿਹੜੀ ਵੈਲਿਊ ਲਈ ਜਿਹੜਾ ਪ੍ਰੋਫਿਟ ਆ ਉਹ ਮੈਕਸਿਮਮ ਹੋਏਗਾ। ਹੁਣ ਪ੍ਰੋਫਿਟ ਵਾਸਤੇ ਸਾਨੂੰ ਤੁਹਾਨੂੰ ਖਿਆਲ ਹੋਣਾ ਚਾਹੀਦਾ ਵੀ ਜਿਹੜੀ ਸੈਲਿੰਗ ਤੇ ਕਾਸਟ ਪ੍ਰਾਈਸ ਹੈ ਉਹ ਇੱਕੋ ਜਿੰਨੇ ਆਈਟਮਸ ਦੀ ਹੋਣੀ ਚਾਹੀਦੀ ਹੈ, ਪਰ ਇੱਥੇ ਥੋੜ੍ਹਾ ਜਿਹਾ ਤੁਹਾਨੂੰ ਉਲਝਾਇਆ ਗਿਆ ਵੀ ਜਿਹੜੀ ਸੈਲਿੰਗ ਪ੍ਰਾਈਸ ਆ ਉਹ ਇੱਕ ਆਈਟਮ ਦੇ ਦਿੱਤੀ ਹੈ ਤੇ ਕਾਸਟ ਪ੍ਰਾਈਸ ਹੈ ਜਿਹੜੀ ਉਹ ਐਕਸ ਆਈਟਮ ਦੀ ਦਿੱਤੀ ਹੈ। ਤਾਂ ਅਸੀਂ ਕੀ ਕਰਾਂਗੇ, ਸੈਲਿੰਗ ਪ੍ਰਾਈਸ ਵੀ ਐਕਸ ਆਈਟਮ ਤੇ ਫਾਈਂਡ ਕਰ ਲਾਂਗੇ। ਇੱਕ ਆਈਟਮ ਦੀ ਸੈਲਿੰਗ ਪ੍ਰਾਈਸ ਪਤਾ ਹੈ ਤੇ ਜ਼ਿਆਦਾ ਦੀ ਕੱਢਣੀ ਹੈ, ਉਹਨੇ ਨਾਲ ਮਲਟੀਪਲਾਈ ਕਰ ਦਿਓ। ਇੱਕ ਆਈਟਮ ਦੀ ਸੈਲਿੰਗ ਪ੍ਰਾਈਸ ਇੰਨੀ ਹੈ ਤਾਂ ਐਕਸ ਆਈਟਮ ਦੀ ਸੈਲਿੰਗ ਪ੍ਰਾਈਸ ਕਿੰਨੀ ਹੋ ਜਾਏਗੀ, ਐਕਸ ਨਾਲ ਮਲਟੀਪਲਾਈ। ਤਾਂ ਸੈਲਿੰਗ ਪ੍ਰਾਈਸ ਲੈ ਲਈ ਸੀ ਐਸ ਤੇ ਕਾਸਟ ਪ੍ਰਾਈਸ ਲੈ ਲਈ, ਤੇ ਜਿੰਨੀ ਇੱਕ ਆਈਟਮ ਦੀ ਸੈਲਿੰਗ ਪ੍ਰਾਈਸ ਸੀ ਉਹਨੂੰ ਐਕਸ ਨਾਲ ਮਲਟੀਪਲਾਈ ਕਰਕੇ ਅਸੀਂ ਐਕਸ ਆਈਟਮਸ ਦੀ ਸੈਲਿੰਗ ਪ੍ਰਾਈਸ ਫਾਈਂਡ ਕਰ। ਕਾਸਟ ਪ੍ਰਾਈਸ ਸਾਨੂੰ ਐਕਸ ਆਈਟਮ ਦੀ ਦਿੱਤੀ ਹੋਈ ਸੀ ਤਾਂ ਅਸੀਂ ਕਾਸਟ ਪ੍ਰਾਈਸ ਦੀ ਵੈਲਿਊ ਕਰੀ। ਹੁਣ ਪ੍ਰੋਫਿਟ ਕੀ ਹੁੰਦਾ, ਸੈਲਿੰਗ ਪ੍ਰਾਈਸ ਮਾਈਨਸ ਕਾਸਟ ਪ੍ਰਾਈਸ। ਹਾਂ, ਕਾਸਟ ਪ੍ਰਾਈਸ ਇੱਥੇ ਸੀ ਹੋਣਾ ਸੀ, ਠੀਕ ਹੈ। ਤਾਂ ਇੱਥੇ ਅਸੀਂ ਵੈਲਿਊ ਪੁੱਟ ਕਰਤੀ ਸੈਲਿੰਗ ਪ੍ਰਾਈਸ ਦੀ ਤੇ ਕਾਸਟ ਪ੍ਰਾਈਸ ਦੀ, ਤੇ ਮਲਟੀਪਲਾਈ ਕਰ ਦਾਂਗੇ ਐਕਸ ਨਾਲ ਤੇ ਬ੍ਰੈਕਟ ਓਪਨ ਕਰਕੇ, ਠੀਕ ਹੈ। ਆ ਸਾਡੇ ਕੋਲ ਆਂਸਰ ਇਹ ਆ ਗਿਆ ਪ੍ਰੋਫਿਟ, ਠੀਕ ਹੈ। ਪ੍ਰੋਫਿਟ ਆ ਗਿਆ ਤਾਂ ਹੁਣ ਇਹਦੇ ਵਿੱਚ ਅਸੀਂ ਇਹਨੂੰ ਡਿਫਰੈਂਸ਼ੀਏਟ ਕਰਦੇ ਹਾਂ ਕਿਉਂਕਿ ਪ੍ਰੋਫਿਟ ਨੂੰ ਮੈਕਸੀਮਾਈਜ਼ ਕਰਨਾ। ਪ੍ਰੋਫਿਟ ਨੂੰ ਅਸੀਂ ਡਿਫਰੈਂਸ਼ੀਏਟ ਕਰਤਾ ਵਿਦ ਰਿਸਪੈਕਟ ਟੂ ਐਕਸ, ਤਾਂ ਆ ਸਾਡੇ ਕੋਲ ਆ ਗਿਆ। ਇਹਦੇ 'ਚ 2 ਨਾਲ 100 ਜਿਹੜਾ ਉਹ ਕੱਟ ਹੋ ਜਾਊਗਾ, 50 ਆ ਜਾਊਗਾ, ਠੀਕ ਹੈ। ਤੇ ਇੱਥੇ ਆ ਗਿਆ ਫਿਰ 5 ਮਾਈਨਸ ਐਕਸ ਬਾਈ 50 ਮਾਈਨਸ 1/5, ਠੀਕ ਹੈ। ਹੁਣ ਅਸੀਂ ਇਹਨੂੰ ਇਕੁਅਲਸ ਟੂ 0 ਪੁੱਟ ਕਰ ਦਈਏ ਕ੍ਰਿਟੀਕਲ ਪੁਆਇੰਟ ਫਾਈਂਡ ਕਰਨ ਵਾਸਤੇ। ਕ੍ਰਿਟੀਕਲ ਪੁਆਇੰਟ ਫਾਈਂਡ ਕਰਨ ਵਾਸਤੇ ਇਹਨੂੰ ਇਕੁਅਲਸ ਟੂ ਜਦੋਂ ਅਸੀਂ 0 ਪੁੱਟ ਕਰਾਂਗੇ ਤਾਂ ਕੀ ਹੋਏਗਾ, ਆਹ ਚੀਜ਼ ਨੂੰ ਅਸੀਂ ਉੱਧਰ ਲੈ ਜਾਵਾਂਗੇ, ਪੋਜ਼ੀਟਿਵ ਹੋ ਜਾਏਗੀ, ਆਹ ਦੋਨੇ ਇੱਧਰ ਹੀ ਰੱਖ ਲਓ। ਤਾਂ x/50 ਇਕੁਅਲਸ ਟੂ 5 ਮਾਈਨਸ 1/5 ਹੋ ਜਾਏਗਾ, ਠੀਕ ਹੈ। ਤੇ ਇਹਨੂੰ ਸੋਲਵ ਕੀਤਾ ਤੇ x ਦੀ ਵੈਲਿਊ ਆ ਗਈ 240। ਤੇ ਹੁਣ ਅਸੀਂ ਕੀ ਕਰਦੇ ਹਾਂ, ਇਹ ਆ ਗਿਆ ਸਾਡਾ ਕ੍ਰਿਟੀਕਲ ਪੁਆਇੰਟ। ਕ੍ਰਿਟੀਕਲ ਪੁਆਇੰਟ ਆਉਣ ਤੋਂ ਬਾਅਦ ਫਿਰ ਅਸੀਂ ਕੀ ਕਰਦੇ ਹੁੰਦੇ, ਇਹਦਾ ਡਬਲ ਡੈਰੀਵੇਟਿਵ ਫਾਈਂਡ ਕਰਦੇ ਹਾਂ। ਇਹਦਾ ਡਬਲ ਡੈਰੀਵੇਟਿਵ ਫਾਈਂਡ ਕਰਾਂਗੇ ਤਾਂ ਆ ਵੀ ਕਨਸਟੈਂਟ 0 ਹੋ ਜਾਏਗਾ, ਆ ਵੀ 0 ਹੋ ਜਾਏਗਾ। ਸਾਡੇ ਕੋਲ ਇਹਦਾ x ਦਾ ਡਿਫਰੈਂਸ਼ੀਏਸ਼ਨ 1/50 ਆਏਗਾ, ਠੀਕ ਹੈ। ਇਹਦੇ 'ਚ ਅਸੀਂ ਐਟ x ਇਕੁਅਲਸ ਟੂ 240 ਫਾਈਂਡ ਕਰਾਂਗੇ ਤਾਂ ਵੀ ਆਹੀ ਵੈਲਿਊ ਆਏਗੀ ਕਿਉਂਕਿ x ਇਹਦੇ ਵਿੱਚ ਹੈ ਹੀ ਨਹੀਂ। ਤਾਂ ਇਹਦਾ ਮਤਲਬ P ਇਜ਼ ਮੈਕਸਿਮਮ ਐਟ x ਇਕੁਅਲਸ ਟੂ 240, ਯਾਨੀ ਜੇ ਉਹ 240 ਆਈਟਮਸ ਵੇਚੇ ਤਾਂ ਉਹਨੂੰ ਜਿਹੜਾ ਪ੍ਰੋਫਿਟ ਆ ਉਹ ਸਭ ਤੋਂ ਵੱਧ ਹੋਏਗਾ। ਇਹੀ ਅਸੀਂ ਫਾਈਂਡ ਕਰਨਾ ਸੀ, ਠੀਕ ਹੈ ਨਾ। ਸੋ ਇਸੇ ਦੇ ਨਾਲ ਤੁਹਾਡੇ ਜਿਹੜਾ ਮੈਕਸਿਮਾ ਮਿਨੀਮਾ ਜਿਹੜਾ ਸਭ ਤੋਂ ਇੰਪੋਰਟੈਂਟ ਟੌਪਿਕ ਸੀਗਾ ਉਹ ਖਤਮ ਹੁੰਦਾ ਹੈ। ਜਿੰਨੇ ਵੀ ਇਹਦੇ ਵਿੱਚ ਐਗਜ਼ਾਮਪਲ ਸੀਗੇ ਤੇ ਮੁਸ਼ਕਿਲ ਕੁਐਸਚਨ ਸੀਗੇ ਐਕਸਰਸਾਈਜ਼ ਦੇ, ਉਹ ਮੈਂ ਸਾਰੇ ਤਕਰੀਬਨ ਕੋਸ਼ਿਸ਼ ਕੀਤੀ ਹੈ ਡਿਸਕਸ ਕਰਨ ਦੀ। ਹੋਰ ਕੋਈ ਕੁਐਸਚਨ ਜੇ ਤੁਹਾਨੂੰ ਨਾ ਪਤਾ ਲੱਗੇ ਤਾਂ ਆਪਾਂ ਡਿਸਕਸ ਕਰ ਸਕਦੇ ਹਾਂ, ਪੁੱਛ ਸਕਦੇ ਹੋ ਤੁਸੀਂ ਮੈਨੂੰ। ਤੇ ਬਾਕੀ ਜਿੰਨੇ ਵੀ NCERT ਦੇ ਰਹਿ ਗਏ ਕੁਐਸਚਨ ਉਹ ਕਰ ਲੈਣੇ ਆ। ਤੇ ਤੁਹਾਡੀ ਜਿਹੜੀ ਤੁਹਾਡੇ ਕੋਲ ਕੋਈ ਰੈਫਰੈਂਸ ਬੁੱਕ ਆ ਉਹ 'ਚ ਪੰਜਾਬ ਬੋਰਡ 'ਚ ਜਿੰਨੇ ਕੁਐਸਚਨਸ ਆਏ ਉਹ ਵੀ ਤੁਸੀਂ ਕਰ ਲੈਣੇ। ਇਹਦੇ ਨਾਲ ਤੁਹਾਡਾ ਜਿਹੜਾ 6 ਮਾਰਕਸ ਦਾ ਜਿਹੜਾ ਕੁਐਸਚਨ ਆ ਬੜੇ ਈਜ਼ੀਲੀ ਤੁਸੀਂ ਇਹਨੂੰ ਅਟੈਂਪਟ ਕਰ ਸਕੋਗੇ। ਸੋ ਇੰਨਾ ਹੀ ਇਸ ਟੌਪਿਕ ਦੇ ਵਿੱਚ ਅਸੀਂ ਕਰਨਾ ਸੀ।